ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੰਕਸ਼ਨਲ ਇੰਗਲਿਸ਼ ਦਾ ਹੀ ਪਰਿਵਰਤਨ ਦੇ ਬਾਰੇ ਗੱਲ ਕਰਨਾ, ਟਾਕਿੰਗ ਅਬਾਊਟ ਸਮ ਚੇਂਜਸ ਇਨ ਯੂਅਰ ਸੈਲਫ ਜਾਂ ਬਦਲਾਅ ਦੇ ਬਾਰੇ ਗੱਲ ਕਰਨਾ। ਇਸ ਸੈਸ਼ਨ ਦੇ ਬਾਰੇ ਆਪਾਂ ਗੱਲ ਕਰਾਂਗੇ ਜਿਸ ਦੇ ਵਿੱਚ ਆਪਾਂ ਐਕਟਿਵ ਪੈਸਿਵ ਜਿਹੜੀ ਨੇ ਆਪਣੇ ਇੰਗਲਿਸ਼ ਦੇ ਵਿੱਚ ਯੂਜ਼ ਹੁੰਦੇ ਨੇ ਉਸ ਦੇ ਵੀ ਥੋੜੀ ਜਿਹੀ ਆਪਾਂ ਅੱਜ ਜਿਹੜੀ ਹੈ ਡਿਸਕਸ ਕਰਾਂਗੇ ਇਸ ਟੌਪਿਕ ਤੇ। ਤਾਂ ਕਹਿੰਦੇ ਪਰਿਵਰਤਨ ਦੇ ਬਾਰੇ ਗੱਲ ਕਰਨਾ, ਕਹਿੰਦੇ ਇਸ ਸੈਸ਼ਨ ਦੇ ਵਿੱਚ ਤੁਸੀਂ ਸਿੱਖੋਗੇ ਕਿ ਪਰਿਵਰਤਨ ਬਾਰੇ ਗੱਲ ਕਿਵੇਂ ਕੀਤੀ ਜਾਂਦੀ ਹੈ। ਠੀਕ ਹੈ ਜੀ, ਕਿਸ ਚੀਜ਼ ਦਾ ਪਰਿਵਰਤਨ ਤੁਹਾਨੂੰ ਆਪਣੇ ਅੰਦਰ ਜਿਹੜਾ ਲਿਆਉਣਾ ਚਾਹੁੰਦਾ ਹੈ। ਤਾਂ ਜਿਵੇਂ ਫਸਟ ਇਹਨਾਂ ਨੇ ਦਿੱਤਾ ਇੱਕ ਪਰਿਵਰਤਨ ਚੇਂਜ ਫੋਰ ਦਾ ਬੈਟਰ, ਕਿਸੇ ਚੇਂਜ ਮਤਲਬ ਕਿਸੇ ਚੀਜ਼ ਨੂੰ ਸੁਧਾਰਨ ਦੇ ਲਈ, ਬੈਟਰ ਮੈਂ ਕਰਨ ਵਾਸਤੇ, ਠੀਕ ਹੈ, ਕੁਝ ਚੇਂਜਸ ਲਿਆਉਣੀਆਂ ਪੈਂਦੀਆਂ ਨੇ। ਤਾਂ ਉਦਾਹਰਨ ਦੇ ਲਈ ਲਿਖਿਆ ਨੇ he does not watch junk movies anymore and it is a change for better, he now enjoy serious cinema। ਠੀਕ ਹੈ, ਇੱਥੇ ਕੀ ਜਿਹੜੀ ਜੰਕ ਮੂਵੀਜ਼ ਕੀ ਉਹਨਾਂ ਨੂੰ ਵਾਚ ਨਹੀਂ ਕਰਨੇ ਦਾ, ਠੀਕ ਹੈ, ਕਿਉਂਕਿ ਆਪਾਂ ਨੂੰ ਕੁਝ ਹੋਰ ਮੂਵੀ ਦੇਖਣੀਆਂ ਨੇ, ਕੁਝ ਸੀਰੀਅਸ ਸਿਨੇਮਾ, ਠੀਕ ਹੈ, ਉਸ ਦੇ ਵਿੱਚ ਸੁਧਾਰ ਲਿਆਉਣਾ ਹੈ। ਦੂਸਰਾ ਹੀ ਚੇਂਜਸ ਫॉर ਵਰਸ, ਠੀਕ ਹੈ, ਕੋਈ ਚੀਜ਼ ਭੈੜਾ ਚੀਜ਼ ਆ ਉਸ ਦੇ ਵਿੱਚ ਆਪਾਂ ਚੇਂਜ ਲਿਆਉਣਾ ਹੈ ਟੂ ਚੇਂਜ ਬਟ ਬਿਕਮ ਵਰਸ। ਜਿਵੇਂ she has started reading novels but it is a change for worse as she reads them more than her school books। ਜਿਹੜੀਆਂ ਕੀ ਸੀ ਉਹ ਬੁੱਕਸ ਜਿਹੜੀ ਰੀਡ ਕਰ ਰਹੇ ਸੀ, ਕੀ ਕਰ ਰਹੇ ਸੀ ਉਹ ਨੋਵਲਸ ਬੁੱਕਸ ਰੀਡ ਕਰ ਰਹੇ ਸੀ। ਤਾਂ ਕਹਿੰਦੇ ਉਹਨੂੰ ਚੇਂਜ ਲਿਆਉਣਾ ਚਾਹੁੰਦਾ ਹੈ, ਆਪਣੀਆਂ ਜਿਹੜੇ ਸਕੂਲ ਦੀਆਂ ਬੁੱਕਸ ਨੇ ਉਹਨੂੰ ਥੋੜਾ ਪ੍ਰੈਫਰੈਂਸ ਦੇਣੀ ਜਾਂਦੀ ਹੈ ਰੈਦਰ ਦੈਨ, ਠੀਕ ਹੈ। ਚੇਂਜ ਵਿਦ ਟਾਈਮ, ਨਵੇਂ ਵਿਕਾਸ ਨੂੰ ਸਵੀਕਾਰ ਕਰਨਾ ਅਤੇ ਉਸ ਨੂੰ ਅਪਣਾਉਣਾ, ਇੰਪਲੀਮੈਂਟ ਕਰਨਾ। ਟੂ ਅਸੈਪਟ ਐਂਡ ਅਡੋਪਟ ਟੂ ਨਿਊ ਡਿਵੈਲਪਮੈਂਟਸ, ਠੀਕ ਹੈ, ਕੁਝ ਅਸੈਪਟ ਕਰਨਾ ਅਤੇ ਉਸ ਨੂੰ ਅਪਣਾਉਣਾ ਜਿਹੜੀਆਂ ਨਵੇਂ ਵਿਕਾਸ ਵਾਸਤੇ। ਆਵਰ ਸਕੂਲ ਇਜ਼ ਚੇਂਜਿੰਗ ਵਿਦ ਟਾਈਮ, ਜਿਹੜਾ ਸਾਡਾ ਸਕੂਲ ਹੈ ਚੇਂਜ ਹੋ ਰਿਹਾ ਵਿਦ ਟਾਈਮ ਨਾਲ। ਵੀ ਨਾਓ ਹੈਵ ਕੰਪਿਊਟਰ ਲੈਬਸ ਵਿਦ ਫ੍ਰੀ ਇੰਟਰਨੈਟ ਕਨੈਕਸ਼ਨਸ, ਠੀਕ ਹੈ, ਆਪਣੇ ਅਕੋਰਡਿੰਗ ਟੂ ਯਰ ਟਾਈਮ ਕੀ ਆਪਣੇ ਸਕੂਲ ਦੇ ਵਿੱਚ ਜਿਹੜੀ ਲੈਬ ਹੈ ਉਹਦੇ ਵਿੱਚ ਕੀਤਾ ਆਪਣੇ ਫ੍ਰੀ ਇੰਟਰਨੈਟ ਉਪਲਬਧ ਕਰਾਤਾ। ਫੋਰ ਏ ਚੇਂਜ ਐਜ਼ ਸਮਥਿੰਗ ਡਿਫਰੈਂਟ, ਕੁਝ ਵੱਖਰਾ। ਵਾਈ ਡੋਂਟ ਯੂ ਵੀਅਰ ਏ ਸੂਟ ਫੋਰ ਚੇਂਜ, ਯੂ ਆਲਵੇਜ਼ ਵੀਅਰ ਸਾੜੀ, ਕਿ ਤੁਸੀਂ ਸਾੜੀ ਪਹਿਨਦੇ ਹੋ, ਆਪਣੇ ਪਾਉਂਦੇ ਹੋ ਜੀ ਜ਼ਿਆਦਾਤਰ, ਤਾਂ ਤੁਹਾਨੂੰ ਕਿਉਂ ਨਾ ਕਿ ਇੱਕ ਸਲਵਾਰ ਸੂਟ ਪਾਉਣਾ ਚਾਹੁੰਦਾ ਹੈ, ਕੁਝ ਵੱਖਰਾ, ਠੀਕ ਹੈ। ਤਾਂ ਟਾਈਮ ਫੋਰ ਚੇਂਜ ਐਂਡ ਐਕਸਪ੍ਰੈਸ਼ਨ ਯੂਜ਼ਡ ਵੈਨ ਇਟ ਇਜ਼ ਏ ਟਾਈਮ ਟੂ ਮੇਕ ਏ ਚੇਂਜ, ਇੱਕ ਭਾਵ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਕਿਸ ਨੂੰ ਬਦਲਾਅ ਨੂੰ ਕੀ ਕਰਨ ਦਾ ਸਮਾਂ ਹੁੰਦਾ ਹੈ। ਤਾਂ ਕੀ ਕਿਹਾ ਇਸ ਦੇ ਵਿੱਚ ਜੀ, ਆਈ ਆਸਕਡ ਹਰ ਇਫ ਸ਼ੀ ਵਾਂਟਡ ਏ ਕੇਕ ਫੋਰ ਹਰ ਬਰਥਡੇ ਐਂਡ ਸ਼ੀ ਸੈਡ ਇਟਸ ਟਾਈਮ ਫੋਰ ਚੇਂਜ, ਲੈਟਸ ਹੈਵ ਪੀਜ਼ਾ ਇੰਸਟੈਡ। ਠੀਕ ਹੈ ਜੀ, ਕਹਿੰਦਾ ਮੈਂ ਉਹਨੂੰ ਕਿਹਾ ਕਿ ਜੋ ਕੇਕ ਚਾਹੁੰਦੀ ਹੈ ਜੀ ਕਿਸ ਦੇ ਲਈ, ਜਨਮ ਦਿਨ ਦੇ ਲਈ, ਤਾਂ ਉਹਨੇ ਕਿਹਾ ਇਹ ਹੁਣ ਕੇਕ ਦਾ ਛੱਡ ਆਪਾਂ ਪੀਜ਼ਾ ਲਿਆਉਂਦੇ ਉਸ ਤੋਂ ਵਧੀਆ ਜੀ, ਠੀਕ ਹੈ ਜੀ, ਕੇਕ ਤਾਂ ਹਰ ਟਾਈਮ ਹੀ ਚੱਲਦਾ ਹੈ, ਪੀਜ਼ਾ ਇੰਸਟੈਡ ਆਫ ਕੀ ਹੈ ਜੀ, ਪੀਜ਼ਾ ਖਾਓ। Times are changing, a response made when you hear surprising pieces of news, ਠੀਕ ਹੈ, ਦਿੱਤਾ ਗਿਆ ਜਵਾਬ ਜਦੋਂ ਤੁਸੀਂ ਇੱਕ ਹੈਰਾਨੀ ਭਰੀ ਖਬਰ ਸੁਣਦੇ ਹੋ। ਕਹਿੰਦੇ ਉਦਾਹਰਨ ਜੀ, ਮੈਨ ਦੇ ਚਾਰਜਡ ਮੀ, ਠੀਕ ਹੈ, ਕਿਸੇ ਚੀਜ਼ ਦਾ ਚਾਰਜ ਲੈਤੇ ਨੇ 500 ਰੁਪਇਆ ਫੋਰ ਦਿਸ ਟਾਈ, ਮਤਲਬ ਕਿ ਟਾਈ ਦੇ ਬਦਲੇ ਕਿੰਨੇ ਰੁਪਏ ਲੈਤੇ ਨੇ ਜੀ, 500 ਰੁਪਇਆ। ਵੂਮੈਨ ਵੈਲ ਟਾਈਮਸ ਆਰ ਚੇਂਜਿੰਗ, ਟਾਈ ਡੋਂਟ ਕੋਸਟ 100 ਰੁਪੀਜ਼ ਐਨੀਮੋਰ, ਕਿ 100 ਰੁਪਏ ਤੇ, ਠੀਕ ਹੈ ਜੀ, ਜ਼ਿਆਦਾ ਨਹੀਂ ਹੈਗੀ। ਸੀ ਚੇਂਜ ਇੱਕ ਵੱਡਾ ਕੀ ਚੇਂਜ ਹੈ, ਇਹ ਮੇਜਰ ਚੇਂਜ ਇੱਕ ਵੱਡਾ ਬਦਲਾਵ। ਦੇਰ ਇਜ਼ ਏ ਸੀ ਚੇਂਜ ਇਨ ਚੋਇਸ ਆਫ ਕੈਰੀਅਰ, ਮੈਨੀ ਯੰਗਸਟਰ ਆਰ ਮੋਰ ਇੰਟਰਸਟਡ ਇਨ MBA ਨਾਊ ਡੇਜ਼ ਦੈਨ ਇਨ ਮੈਡੀਕਲ ਸਿਵਲ ਸਰਵਿਸ, ਠੀਕ ਹੈ, ਜਿਹੜੇ ਅੱਜ ਕੱਲ੍ਹ ਦੇ ਜਨਰੇਸ਼ਨ ਹੈ ਜੀ, ਠੀਕ ਹੈ, ਉਹ ਇੰਟਰਸਟਡ ਹੈ MBA, ਠੀਕ ਹੈ, ਕਿਹਦੇ ਨਾਲੋਂ ਜੀ, ਮੈਡੀਸਨ ਜਾਂ ਸਿਵਲ ਸਰਵਿਸ ਨਾਲੋਂ। ਟਾਈਮਸ ਚੇਂਜਸ ਕੀ, ਟਾਈਮਸ ਚੇਂਜਸ ਦੇ ਵਿੱਚ ਕੀ ਆਈ, ਐਜ ਏ ਟਾਈਮ ਪਾਸਿਸ ਡਿਫਰੈਂਟ ਥਿੰਗਸ ਬਿਕਮ ਅਸੈਪਟੇਬਲ, ਜਿਵੇਂ ਜਿਵੇਂ ਸਮਾਂ ਬੀਤਦਾ ਹੈ ਵੱਖ ਵੱਖ ਚੀਜ਼ਾਂ ਅਪਣਾਓ
ਕਿ ਅਪਣਾਉਣ ਯੋਗ ਕੀ ਬਣ ਜਾਂਦੀਆਂ ਨੇ। ਜਿਵੇਂ ਦਾ ਓਲਡ ਮੈਨ ਸਕੋਲਡ ਹਿਜ ਗ੍ਰੈਂਡਸਨ, ਜਿਹੜਾ ਬਜ਼ੁਰਗ ਆਦਮੀ ਸੀ ਉਹਨੇ ਆਪਣੇ ਬੱਚੇ ਨੂੰ, ਜਿਹੜਾ ਪੋਤੇ ਸੀ, ਉਹਨੇ ਕੀ ਕੀਤਾ ਸੀ, ਝਿੜਕਿਆ ਸੀ ਫॉर ਨੋਟ ਕਟਿੰਗ ਹਿਜ ਲੌਂਗ ਹੇਅਰ, ਕਿ ਉਹਦੇ ਵੱਡੇ ਵਾਲਾਂ ਨੂੰ ਉਹਨੇ ਕੀ ਕਟਾਇਆ ਨਹੀਂ ਸੀ, ਇਸ ਕਰਕੇ ਕੀ ਸੀ ਉਹ ਝਿੜਕ ਰਿਹਾ ਸੀ। ਹੀ ਸੈਡ, ਉਸਨੇ ਕਿਹਾ, ਵੈਨ ਹੀ ਵਾਜ ਯੰਗ, ਜਦੋਂ ਉਹ ਯੰਗ ਸੀ, ਜਵਾਨ ਸੀ, ਹੀ ਹੈਡ ਟੂ ਕੀਪ ਇਟ ਸ਼ੋਰਟ ਐਂਡ ਆਇਲ, ਉਹਨੂੰ ਕਿਹਾ ਜਾਂਦਾ ਸੀ ਇੱਕ ਤਾਂ ਆਇਲੀ ਰੱਖੋ, ਇੱਕ ਛੋਟੇ ਰੱਖਣੇ ਨੇ। ਤਾਂ ਉਸ ਤੋਂ ਬਾਅਦ ਕੀ ਹੈ ਜਿਹੜਾ ਉਸਦੇ ਪੋਤੇ ਨੇ ਕਿਹਾ, ਟਾਈਮ ਚੇਂਜਿਸ ਗ੍ਰੈਂਡਪਾ, ਕਿ ਜ਼ਮਾਨਾ ਬਦਲ ਗਿਆ ਦਾਦਾ ਜੀ। ਠੀਕ ਹੈ ਜੀ। ਤਾਂ ਇਹਨਾਂ ਨੂੰ ਐਕਟਿਵ ਅਤੇ ਪੈਸਿਵ ਵੌਇਸ ਆਪਾਂ ਕੁਝ ਉਦਾਹਰਨ ਦਿੱਤੀਆਂ ਨੇ ਜੀ। ਐਕਟਿਵ ਤੇ ਪੈਸਿਵ ਹੁੰਦਾ ਕੀ ਹੈ, ਮੰਨ ਲਓ ਮੈਂ ਸਾਈਕਲ ਚਲਾਉਂਦਾ ਹਾਂ, ਸਾਈਕਲ ਮੇਰੇ ਦੁਆਰਾ ਚਲਾਇਆ ਜਾਂਦਾ ਹੈ, ਤਾਂ ਤੁਸੀਂ ਇਸ ਦੇ ਵਿੱਚ ਦੇਖੋ ਦੋਨੇ ਕੰਮ ਕੀਤੇ ਕਿਹਨੇ ਨੇ ਜੀ, ਮੈਂ ਹੀ ਕੀਤੇ ਨੇ। ਜਿਹੜੀ ਵਰਬ ਦੀ ਕਿਰਿਆ ਕਰਨ ਦੀ ਹੈ ਜੀ ਉਹ ਉੱਥੇ ਹੀ ਹੈ, ਬਟ ਜਿਹੜਾ ਓਬਜੈਕਟ ਹੈ ਪੈਸਿਵ ਦੇ ਵਿੱਚ ਫਸਟ ਪਹਿਲਾਂ ਆ ਜਾਂਦਾ ਹੈ, ਜਿਵੇਂ ਮੈਂ ਸਾਈਕਲ ਚਲਾਉਂਦਾ ਹਾਂ। ਠੀਕ ਹੈ ਜੀ। ਤਾਂ ਇਹ ਕੀ ਹੈ, ਐਕਟਿਵ ਹੈ। ਜਦੋਂ ਕਿਹਾ ਜਾਂਦਾ ਜੀ ਮੈਂ ਸਾਈਕਲ ਮੇਰੇ ਦੁਆਰਾ ਚਲਾਇਆ ਜਾਂਦਾ ਹੈ, ਤਾਂ ਓਬਜੈਕਟ ਕੀ ਹੈ ਜੀ, ਅੱਗੇ ਆ ਜਾਂਦਾ, ਜਿਹੜਾ ਸਾਈਕਲ ਹੈ ਉਹ ਕੀ ਹੈ ਜੀ, ਅੱਗੇ ਆ ਗਿਆ, ਕਿ ਜਿਹੜਾ ਸਾਈਕਲ ਹੈ ਕਿਹਦੇ ਦੁਆਰਾ ਚਲਾਇਆ ਜਾਂਦਾ ਜੀ, ਮੇਰੇ ਦੁਆਰਾ। ਜਿਹੜਾ ਸਬਜੈਕਟ ਹੈ ਉਹ ਕੀ ਹੈ, ਲਾਸਟ ਤੇ ਚਲਾ ਜਾਂਦਾ ਹੈ। ਤਾਂ ਪਹਿਲਾ ਐਕਟਿਵ ਦੇਖੋ ਜੀ, ਦਾ ਹੇਅਰ ਸਟਾਈਲਿਸ਼ ਚੇਂਜਿਸ ਦਾ ਕਲਰ ਆਫ ਮਾਈ ਹੇਅਰ। ਠੀਕ ਹੈ ਜੀ। ਤਾਂ ਹੇਅਰ ਕਿਹਦੇ ਨੇ ਜੀ, ਮੇਰੇ ਨਹੀਂ। ਸਟਾਈਲ ਕਿਹਦਾ ਜੀ, ਉਹ ਵੀ ਮੇਰੇ ਹੇਅਰ ਦਾ ਜੀ। ਚੇਂਜਿਸ ਕੀ ਹੈ, ਬਦਲਾਅ, ਉਸ ਵਰਬ ਆ ਗਈ ਚੇਂਜ। ਤਾਂ ਆਬਜੈਕਟ ਕੀ ਹੈ, ਦ ਕਲਰ ਆਫ ਮਾਈ ਹੇਅਰ। ਦ ਕਲਰ ਆਫ ਮਾਈ ਹੇਅਰ ਵਾਜ ਚੇਂਜਡ ਬਾਏ ਦਾ ਹੇਅਰ ਸਟਾਈਲਿਸ਼। ਹੇਅਰ ਸਟਾਈਲਿਸ਼ ਨੇ ਕੀ ਕੀਤਾ ਜੀ, ਚੇਂਜ ਕਰਤਾ। ਕਿਉਂ ਕਰਤਾ ਜੀ, ਕਲਰ ਜਿਹੜਾ ਮੇਰੇ ਵਾਲਾਂ ਦਾ ਉਹਨੂੰ ਕੀ ਚੇਂਜ ਕਰਤਾ। ਤਾਂ ਇੱਥੇ ਦੇਖੋ ਬਾਜ ਤੇ ਚੇਂਜ ਲੱਗਿਆ ਹੋਇਆ ਜੀ। ਇਹ ਬਾਜ ਕਿਉਂ ਲੱਗਿਆ, ਆਪਾਂ ਨੂੰ ਪਤਾ ਹੈ ਵਰਬ ਦੀ ਸੈਕਿੰਡ ਫਾਰਮ ਹੈ, ਜਦੋਂ ਸੈਕਿੰਡ ਫਾਰਮ ਲੱਗੀ ਹੋਵੇ ਤਾਂ ਕੀ ਲੱਗਦਾ ਜੀ, ਬਾਜ ਲੱਗਦਾ। ਇਹ ਆਪਾਂ ਹੁਣ ਡਿਟੇਲ ਦੇ ਵਿੱਚ ਪੜਾਂਗੇ। ਠੀਕ ਹੈ ਜੀ। ਤਾਂ ਉਹ ਆਪਾਂ ਦੇਖਦੇ ਹਾਂ। ਇੱਕ ਮੇਨ, ਤੁਸੀਂ ਜਦੋਂ ਵੀ ਐਕਟਿਵ ਪੈਸਿਵ ਕੋਈ ਵੀ ਸੈਂਟੈਂਸ ਆ ਜਾਏ, ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹਮੇਸ਼ਾ, ਉਹ ਕੀ ਹੈ ਜੀ, ਬੀ ਦੇ ਨਾਲ ਵਰਬ ਦੀ ਥਰਡ ਫਾਰਮ ਲੱਗੂ। ਕੀ ਲੱਗੂ ਜੀ, ਬੀ ਦੇ ਨਾਲ ਵਰਬ ਦੀ ਥਰਡ ਫਾਰਮ, ਚਾਹੇ ਇਹਨੂੰ ਕਾਪੀ ਤੇ ਨੋਟ ਕਰ ਲਓ, ਬੀ ਦੇ ਨਾਲ ਵਰਬ ਦੀ ਥਰਡ ਫਾਰਮ ਲੱਗੂਗੀ ਹਮੇਸ਼ਾ। ਬੀ ਤੋਂ ਭਾਵ ਜੀ, ਜੇ ਪ੍ਰੈਜੈਂਟ ਦੇ ਵਿੱਚ ਹੈਗਾ, ਠੀਕ ਹੈ, ਤਾਂ ਇਜ਼ ਐਮ ਆਰ ਲੱਗੂਗਾ। ਠੀਕ ਹੈ ਜੀ। ਜੇ ਸੈਂਟੈਂਸ ਤੁਹਾਡਾ ਪਾਸਟ ਦੇ ਵਿੱਚ ਹੈਗਾ, ਵਾਜ ਵਰ ਲੱਗੂਗਾ। ਠੀਕ ਹੈ ਜੀ। ਇਹ ਸਾਰੇ ਬੀ ਦੇ ਅੰਡਰ ਆਉਂਦੇ ਨੇ, ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੀ ਬੀ ਦੀ ਵੈਸੇ ਵਰਬ ਦੀ ਫਾਰਮ ਹੁੰਦੀ, ਬੀ ਵਾਜ ਬੀਨ। ਠੀਕ ਹੈ ਜੀ। ਕੀ ਹੁੰਦੀ ਜੀ, ਬੀ ਵਾਜ ਬੀਨ। ਠੀਕ ਹੈ ਜੀ। ਬੀ ਵਾਜ ਬੀਨ। ਜੇ ਇਹੀ ਪਰਫੈਕਟ ਦੇ ਵਿੱਚ ਹੈ, ਠੀਕ ਹੈ ਜੀ, ਹੈਜ਼ ਹੈਵ ਹੈ, ਤਾਂ ਕੀ ਲੱਗ ਜੂ ਇਸ ਦੇ ਨਾਲ ਜੀ, ਹੈਜ਼ ਬੀਨ ਜਾਂ ਹੈਵ ਬੀਨ। ਜੇ ਹੈਡ ਹੈ ਤਾਂ ਕੀ ਲੱਗੂਗਾ ਜੀ, ਓਨਲੀ ਹੈਡ ਬੀਨ। ਠੀਕ ਹੈ ਜੀ। ਜੇ ਕੰਟੀਨਿਊਸ ਦੇ ਵਿੱਚ ਹੈ, ਜਿਵੇਂ ਸਿੰਗਿੰਗ, ਤਾਂ ਕੀ ਲੱਗੂਗਾ ਜੀ, ਇਜ਼ ਐਮ ਆਰ ਕੋਈ ਵੀ ਲੱਗ ਸਕਦੇ ਨਾਲ, ਬੀਂਗ ਸੰਗ। ਠੀਕ ਹੈ ਜੀ। ਆਪਾਂ ਹੁਣ ਕਰਦੇ ਹਾਂ 1 ਬਾਏ 1, ਤੁਹਾਨੂੰ ਦੱਸਾਂਗੇ ਕਿੱਥੇ ਬੀ ਦਾ ਮਤਲਬ ਕੀ ਹੋਇਆ ਉੱਥੇ ਜੀ, ਤੇ ਵਰਬ ਦੀ ਥਰਡ ਫਾਰਮ ਕਿਵੇਂ। ਤਾਂ ਜਿਹੜੀ ਦੋ ਚੀਜ਼ਾਂ ਨੇ, ਬੀ ਪਲੱਸ ਵਰਬ ਦੀ ਥਰਡ ਫਾਰਮ, ਇਸ ਨੂੰ ਹੀ ਲੈ ਕੇ ਚੱਲਾਂਗੇ ਆਪਾਂ, ਇਹੀ ਮੇਨ ਇੰਪੋਰਟੈਂਟ। ਠੀਕ ਹੈ ਜੀ। ਤਾਂ ਤੁਸੀਂ ਇੱਕ ਸੈਂਟੈਂਸ ਹੈ ਜੀ, ਓਕੇ, ਉਸਦੇ ਵਿੱਚ ਕੀ ਦਾ ਇੱਕ ਸਬਜੈਕਟ ਹੁੰਦਾ ਪਲੱਸ ਹੈਲਪਿੰਗ ਵਰਬ, ਜਿਹਨੂੰ ਬੋਲਦੇ ਆਪਾਂ ਐਚ ਵੀ ਬੋਲਦੇ ਨੇ, ਹੈਲਪਿੰਗ ਵਰਬ। ਠੀਕ ਹੈ ਜੀ। ਪਲੱਸ ਮੇਨ ਵਰਬ ਤੁਹਾਡੀ, ਠੀਕ ਹੈ, ਪਲੱਸ ਓਬਜੈਕਟ। ਇਹ ਤਿੰਨੋਂ ਚੀਜ਼ਾਂ ਆਉਂਦੀਆਂ ਨੇ, ਚਾਰ ਚੀਜ਼ਾਂ ਆਉਂਦੀਆਂ ਨੇ ਆਪਣੇ, ਇੱਕ
तीन चीज़ां होंदियां ने अपने जी, ठीक है। एक एक्टिव सेंटेंस दे विच, ठीक है जी। जो पैसिव बनाने उत्थे क्या जी, ऑबजैक्ट आ जाता जी, प्लस हैल्पिंग वर्ब प्लस मेन वर्ब जी, उसकी कि होगी थर्ड फॉर्म आऊगी, प्लस क्या होगा जी, सबजैक्ट, ठीक है। तो हुण आपां करदे हैं जी वन बाय वन, कि तुहानूं तां ही कल एक काम दिता सी रिवीजन करने टेंस के लिए, ठीक है जी। जे टेंस की करना सी, दराई करनी सी कि किहड़ा टेंस अपना प्रेजेंट हुंदा है, किहड़ा, ठीक है जी, पास्ट हुंदा है, किहड़ा फ्यूचर हुंदा है, ते उसदे ਵੱਖ-ਵੱਖ किहड़ियां किस्मां ने। ਤਾਂ ਹੁਣ ਤੁਸੀਂ ਦੇਖੋ वन बाय वन, ਤਾਂ ਤੁਹਾਡੇ ਕੋਲ ਜੀ ਇੱਕ ਸਾਈਡ ਤੇ ਕੀ ਟੈਂਸ ਦਿੱਤੇ ਹੋਏ ਨੇ, ਠੀਕ ਹੈ। ਇੱਕ ਸਾਈਡ ਤੇ ਉਸ ਨੂੰ ਐਕਟਿਵ ਬਣਾਇਆ ਹੋਏਗਾ, ਇੱਕ ਸਾਈਡ ਤੇ ਕੀ ਬਣਾਇਆ ਜੀ, ਪੈਸਿਵ। ਤਾਂ ਆਪਣੀ ਕਾਪੀ ਤੇ ਨਾਲ ਨਾਲ ਇਹਨੂੰ ਚਾਹੇ ਨੋਟ ਕਰ ਲਓ, ਚਾਹੇ ਦੇਖੀ ਜਾਓ ਕਿੱਥੇ ਬੀ ਲੱਗਿਆ, ਕਿੱਥੇ ਵਰਬ ਦੀ ਥਰਡ ਫਾਰਮ ਲੱਗੀ ਹੈ, ਕਿਸ ਤਰ੍ਹਾਂ। ਹੋਰ ਕੁਝ ਨਹੀਂ ਚੇਂਜ ਕੀਤਾ, ਤਾਂ ਬਸ ਦੋ ਹੀ ਚੀਜ਼ਾਂ ਨੇ ਜਿੱਥੋਂ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ, ਇਹ ਕੀ ਹੈ, ਇੱਕ ਐਕਟਿਵ ਸੈਂਟੈਂਸ ਹੈ ਜਾਂ ਇੱਕ ਪੈਸਿਵ ਵੌਇਸ ਸੈਂਟੈਂਸ। ਤਾਂ ਸਭ ਤੋਂ ਪਹਿਲਾਂ ਹੀ ਤੁਹਾਡਾ ਟੈਂਸ ਹੈ ਜੀ ਪ੍ਰੈਜ਼ੈਂਟ ਸਿੰਪਲ। ਕੀ ਹੈ ਜੀ, ਪ੍ਰੈਜ਼ੈਂਟ ਸਿੰਪਲ, ਜਿੱਥੇ ਆਈ ਪਲੇਸ ਫੁੱਟਬਾਲ, ਠੀਕ ਹੈ, ਕਿ ਮੈਂ ਕੀ ਖੇਡਦਾ ਜੀ, ਫੁੱਟਬਾਲ ਖੇਡਦਾ ਹਾਂ। ਜਿੱਥੇ ਐਸ, ਈ ਐਸ, ਡੂ, ਡਜ ਇਸ ਤਰ੍ਹਾਂ ਦੇ, ਠੀਕ ਹੈ ਜੀ, ਸੈਂਟੈਂਸ ਯੂਜ਼ ਹੋਣ, ਉੱਥੇ ਕੀ ਲੱਗਦਾ ਆਪਣਾ ਹੁਣ ਕੀ ਬੋਲਦੇ ਆਪਾਂ ਜੀ, ਪ੍ਰੈਜ਼ੈਂਟ ਇੰਡੈਫੀਨਿਟ ਜਾਂ ਪ੍ਰੈਜ਼ੈਂਟ ਸਿੰਪਲ ਸੈਂਟੈਂਸ ਵੀ ਬੋਲਦੇ ਨੇ। ਤਾਂ ਤੁਸੀਂ ਦੇਖੋ ਜੀ ਇੱਥੇ ਲਿਖਿਆ ਹੈ ਆਈ ਡੂ ਮਾਈ ਵਰਕ, ਠੀਕ ਹੈ ਜੀ, ਆਈ ਡੂ ਮਾਈ ਵਰਕ। ਪ੍ਰੈਜ਼ੈਂਟ ਸਿੰਪਲ ਸੈਂਟੈਂਸ ਦੇ ਵਿੱਚ ਕੀ ਹੁੰਦਾ ਜੀ, ਉੱਥੇ ਜਿਹੜੀ ਵਰਬ ਦੀ ਹੋਊਗੀ, ਮੇਨ ਵਰਬ ਦੀ, ਉਹਦੀ ਫਸਟ ਫਾਰਮ ਹੋਊਗੀ, ਪਹਿਲੀ ਵਰਬ ਦੀ ਕੀ ਹੋਊਗੀ ਜੀ, ਫਸਟ ਫਾਰਮ ਯੂਜ਼ ਹੋਊ ਹਮੇਸ਼ਾ, ਜੇ ਪ੍ਰੈਜ਼ੈਂਟ ਸਿੰਪਲ ਟੈਂਸ ਹੈ। ਜੇ ਪਾਸਟ ਹੈ ਤਾਂ ਉੱਥੇ ਸੈਕਿੰਡ ਫਾਰਮ ਹੋਊ, ਜੇ ਪਾਸਟ ਪਰਫੈਕਟ ਹੈਗਾ ਉੱਥੇ ਕੀ ਹੋਊਗੀ, ਵਰਬ ਦੀ ਥਰਡ ਫਾਰਮ। ਤਾਂ ਇੱਥੇ ਦੇਖੋ ਜੀ ਆਪਾਂ ਨੇ ਜਿਹੜਾ ਸੈਂਟੈਂਸ ਹੈ ਉਹ ਜੱਜ ਕਰਨਾ, ਮਤਲਬ ਕਿ ਦੇਖਣਾ ਹੈਗਾ ਉਹ ਕਿਹੜਾ ਟੈਂਸ ਹੈਗਾ, ਪ੍ਰੈਜ਼ੈਂਟ ਹੈ, ਪਾਸਟ ਹੈ, ਉਸ ਦੇ ਅਕੋਰਡਿੰਗ ਆਪਾਂ ਕੀ ਹੈ ਬੀ ਨੂੰ ਬਦਲਣਾ ਹੈ, ਠੀਕ ਹੈ। ਬੀ ਨੂੰ ਬਦਲਣਗੇ ਕਿਵੇਂ, ਦੇਖੋ ਆਪਾਂ ਤੁਹਾਨੂੰ ਦੱਸਿਆ ਦੋ ਚੀਜ਼ਾਂ ਲਾਉਣੀਆਂ, ਤੁਸੀਂ ਇੱਕ ਬੀ ਲਾਉਣਾ, ਇੱਕ ਵਰਬ ਦੀ ਥਰਡ ਫਾਰਮ ਲਾਉਣੀ। ਤਾਂ ਇੱਥੇ ਲਿਖਿਆ ਜੀ ਆਈ ਡੂ ਮਾਈ ਵਰਕ, ਠੀਕ ਹੈ। ਕੀ ਲਿਖਿਆ ਜੀ, ਆਈ ਡੂ ਮਾਈ ਵਰਕ। ਆਈ ਕੀ ਹੈ ਇੱਥੇ ਜੀ, ਸਬਜੈਕਟ ਹੈ। ਡੂ ਕੀ ਇੱਥੇ ਵਰਬ ਹੈਗੀ, ਜਿਹੜੀ ਕਿ ਇੱਕ ਫਸਟ ਫਾਰਮ ਹੈਗੀ ਵਰਬ ਦੀ, ਡੂ, ਠੀਕ ਹੈ ਜੀ, ਡਿਡ, ਡਨ, ਠੀਕ ਹੈ। ਆਈ ਡੂ ਮਾਈ ਵਰਕ, ਆਈ ਡੂ ਮਾਈ ਵਰਕ, ਮਾਈ ਵਰਕ ਕੀ ਇੱਥੇ ਆਬਜੈਕਟ ਹੈ। ਤਾਂ ਐਕਟਿਵ ਦੇ ਵਿੱਚ ਕੀ ਆਈ, ਇਹ ਚੀਜ਼ ਆਪਣੀ ਜੀ ਸਬਜੈਕਟ ਵਰਬ ਪਲੱਸ ਕੀ ਆਬਜੈਕਟ ਹੈ। ਤਾਂ ਤੁਹਾਨੂੰ ਪੈਸਿਵ ਵਿੱਚ ਕੀ ਦੱਸਿਆ ਜੀ, ਪਹਿਲਾਂ ਕੀ ਲੱਗੂਗਾ ਜੀ, ਆਬਜੈਕਟ। ਮਾਈ ਹੋਮਵਰਕ ਕੀ ਹੈ, ਇੱਕ ਆਬਜੈਕਟ ਹੈ। ਹੁਣ ਬੀ ਦੇਖੋ ਕਿਵੇਂ ਲੱਗੇ ਜੀ, ਜਿਹੜਾ ਇਜ ਹੈ ਇਹ ਬੀ ਹੈ, ਬੀ ਦੀ ਫਾਰਮ ਹੈ। ਇਹ ਕਿਵੇਂ ਬੀ ਦੀ ਫਾਰਮ ਹੈ, ਜਦੋਂ ਆਪਾਂ ਇਹਨੂੰ ਪ੍ਰੈਜ਼ੈਂਟ ਵਿੱਚ ਗੱਲ ਕਰੀਏ ਤਾਂ ਇਜ ਐਮ ਆਰ ਹੋਊਗੀ ਬੀ ਦੀ ਫਾਰਮ। ਜੇ ਪਾਸਟ ਵਿੱਚ ਗੱਲ ਕਰਾਂਗੇ ਕੀ ਹੋ ਜਾਊਗਾ ਜੀ, ਵਾਜ ਵਾਰ ਹੋ ਜਾਊਗਾ, ਠੀਕ ਹੈ। ਤਾਂ ਆਪਾਂ ਨੂੰ ਲੱਗ ਗਿਆ ਪਤਾ ਜੀ ਕਿ ਮਾਈ ਹੋਮਵਰਕ ਇੱਥੇ ਡੂ ਹੈ, ਡੂ ਕੀ ਇੱਕ ਪ੍ਰੈਜ਼ੈਂਟ ਦੇ ਵਿੱਚ ਗੱਲ ਕਰ ਰਿਹਾ, ਪ੍ਰੈਜ਼ੈਂਟ ਕਿਹੜੀ ਹੈ ਜੀ, ਉਹ ਸਿੰਪਲ ਹੈ। ਤਾਂ ਇੱਥੇ ਕੀ ਲੱਗੂਗਾ, ਇਜ ਐਮ ਆਰ। ਜੇ ਆਈ ਲੱਗਿਆ ਦਾ ਤਾਂ ਇੱਥੇ ਕੀ ਲੱਗ ਗਿਆ, ਐਮ ਲੱਗ ਜਾਂਦਾ। ਇੱਥੇ ਮਾਈ ਹੋਮਵਰਕ ਹੈ ਇਸ ਕਰਕੇ ਲੱਗ ਗਿਆ ਉਰੇ ਇਜ। ਤਾਂ ਡੂ ਨੂੰ ਕੀ ਬਣਾਤਾ ਜੀ, ਵਰਬ ਦੀ ਥਰਡ ਫਾਰਮ। ਤੁਹਾਨੂੰ ਦੱਸਿਆ ਸੀ ਬੀ ਦੇ ਨਾਲ ਕੀ ਲੱਗੂ, ਹਮੇਸ਼ਾ ਵਰਬ ਦੀ ਥਰਡ ਫਾਰਮ, ਠੀਕ ਹੈ। ਡਨ ਕੀ ਬਣ ਗਿਆ ਉਰੇ ਜੀ, ਵਰਬ ਦੀ ਥਰਡ ਫਾਰਮ। ਤਾਂ ਜਿਹੜਾ ਵੀ ਪੈਸਿਵ ਵੌਇਸ ਹੋਊਗਾ ਉਸ ਦੇ ਵਿੱਚ ਹਮੇਸ਼ਾ ਵਰਬ ਦੀ ਥਰਡ ਫਾਰਮ ਹੀ ਲੱਗੂਗੀ। ਵਰਬ ਦੀ ਥਰਡ ਫਾਰਮ ਤੋਂ ਬਿਨਾਂ ਤੁਹਾਡਾ ਪੈਸਿਵ ਸੈਂਟੈਂਸ ਕੀ ਹੈ ਨਹੀਂ ਬਣਦਾ। ਦੂਸਰਾ ਜੀ ਤੁਹਾਡਾ ਟੈਂਸ ਦੀ ਐਗਜ਼ਾਮਪਲ ਹੈ ਜੀ ਪ੍ਰੈਜ਼ੈਂਟ ਕੰਟੀਨਿਊਸ। ਤੁਹਾਨੂੰ ਪਤਾ ਜਿੱਥੇ ਵਰਬ ਦੇ ਨਾਲ ਕੀ ਲੱਗੇ ਜੀ, ਆਈ ਐਨ ਜੀ ਲੱਗੇ, ਆਈ ਐਮ, ਐਮ ਕੀ ਇੱਥੇ ਹੈਲਪਿੰਗ ਵਰਬ ਹੈ। ਡੂਇੰਗ, ਡੂਇੰਗ ਕੀ ਇੱਕ ਕੰਟੀਨਿਊ ਟੈਂਸ ਦੱਸ ਰਿਹਾ, ਆਈ ਐਨ ਜੀ। ਇਹ ਆਪਾਂ ਨੂੰ ਪਤਾ ਲੱਗ ਗਿਆ ਜੀ ਇਹ ਕੰਟੀਨਿਊਸ ਤਾਂ ਹੈਗਾ, ਬਟ ਕਿਹੜਾ ਹੈਗਾ, ਐਮ ਦਾ ਪਤਾ ਲੱਗ ਗਿਆ ਆਪਾਂ ਨੂੰ ਇਹ ਪ੍ਰੈਜ਼ੈਂਟ ਹੈਗਾ, ਠੀਕ ਹੈ। ਆਈ ਐਮ ਡੂਇੰਗ ਮਾਈ ਹੋਮਵਰਕ। ਤਾਂ ਦੇਖੋ ਜੀ ਮਾਈ ਹੋਮਵਰਕ ਉਸ ਤਰ੍ਹਾਂ ਆ ਗਿਆ। ਤੁਹਾਨੂੰ ਦੱਸਿਆ ਜੀ ਜਿਹੜਾ ਪ੍ਰੈਜ਼ੈਂਟ ਹੈ ਉਹਨੂੰ ਕੀ ਕਿਸ 'ਚ ਬਦਲਣਾ ਹੈ, ਇਜ ਐਮ ਆਰ 'ਚ। ਤਾਂ ਮਾਈ ਹੋਮਵਰਕ ਕੀ 'ਚ ਬਦਲ ਗਈ, ਬੀ ਨੂੰ ਕੀ 'ਚ ਬਦਲਦਾ ਆਪਣੇ, ਇਜ 'ਚ ਬਦਲਦਾ। ਜਦੋਂ ਆਈ ਐਨ ਜੀ ਲੱਗਿਆ ਹੋਵੇ ਤਾਂ ਆਪਾਂ ਕੀ ਲਾਵਾਂਗੇ ਜੀ, ਬੀਇੰਗ ਨਾਲ ਲਾਵਾਂਗੇ। ਕੀ ਲਾਵਾਂਗੇ, ਬੀਇੰਗ,
क्योंकि बी ਦੇ ਨਾਲ ਕੀ ਲੱਗ ਜੂਗਾ ਆਈਐਨਜੀ, ਕਿਉਂਕਿ ਇੱਥੇ ਆਈਐਨਜੀ ਲੱਗਿਆ ਹੈ, ਇਸ ਕਰਕੇ ਬੀ ਨਾਲ ਕੀ ਲੱਗ ਜੂਗਾ ਜੀ ਆਈਐਨਜੀ। ਤਾਂ ਵਰਬ ਦੀ ਥਰਡ ਫਾਰਮ ਉਵੇਂ ਲੱਗ ਗਈ, ਦੇਖੋ ਠੀਕ ਹੈ। ਪਾਸਟ ਸਿੰਪਲ ਵਿੱਚ ਪਤਾ ਕਿਵੇਂ ਲੱਗੂ ਆਪਣੇ, ਪਾਸਟ ਸਿੰਪਲ ਹੈ ਜੇ ਵਰਬ ਦੀ ਸੈਕਿੰਡ ਫਾਰਮ ਲੱਗੀ ਹੋਈ ਹੈ ਟੈਂਸ ਦੇ ਵਿੱਚ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਇਹ ਪਾਸਟ ਜਾਂ ਸਿੰਪਲ ਜਾਂ ਪਾਸਟ ਇੰਡੈਫਿਨਿਟ ਕੀ ਹੈ ਜੀ ਟੈਂਸ ਹੈ। ਜਿਵੇਂ ਲਿਖਿਆ ਆਈ ਡਿਡ ਮਾਈ ਹੋਮਵਰਕ, ਮੈਂ ਕੀਤਾ ਸੀ, ਕਿਹਨੂੰ ਕੀਤਾ ਸੀ ਜੀ, ਮੈਂ ਆਪਣੇ ਹੋਮਵਰਕ ਜਿਹੜਾ ਕੰਮ ਮਿਲਿਆ ਸੀ ਉਹਨੂੰ ਕੀਤਾ ਸੀ, ਮੈਂ ਕੰਪਲੀਟ ਕੀਤਾ ਸੀ। ਜਿਵੇਂ ਆਈ ਡਿਡ ਮਾਈ ਹੋਮਵਰਕ, ਆਈ ਡਿਡ ਕੀ ਇੱਥੇ ਪਤਾ ਲੱਗ ਗਿਆ ਆਪਾਂ ਨੂੰ ਕਿ ਸੈਕਿੰਡ ਫਾਰਮ ਹੈ, ਇਸ ਕਰਕੇ ਪਾਸਟ ਸਿੰਪਲ ਹੈ। ਮਾਈ ਹੋਮਵਰਕ ਆਬਜੈਕਟ ਲੱਗ ਗਿਆ, ਬੀ ਨੂੰ ਕੀ ਬਣਾਤਾ ਜੀ ਪਾਸਟ ਦੇ ਵਿੱਚ ਬਾਜ, ਬੀ ਬਾਜ ਬੀਨ, ਠੀਕ ਹੈ ਜੀ। ਤਾਂ ਤੁਹਾਨੂੰ ਦੱਸਿਆ ਬਾਜ ਜਾਂ ਵਰ ਲੱਗੂਗਾ, ਜੇ ਪਾਸਟ ਦੀ ਗੱਲ ਹੋਵੇ ਬਾਜ ਜਾਂ ਵਰ, ਜਿੱਥੇ ਜੂ ਲਿਖਿਆ ਹੁੰਦਾ ਤਾਂ ਕੀ ਲੱਗ ਜਾਂਦਾ ਜੀ ਵਰ। ਡਿਡ ਦਾ ਕੀ ਬਣ ਗਿਆ ਉਹੀ ਡਨ, ਕਿਉਂਕਿ ਤੀਸਰੀ ਫਾਰਮ ਹੈ ਡਨ ਹੀ ਲੱਗੂਗੀ ਹਮੇਸ਼ਾ। ਪਾਸਟ ਕੰਟੀਨਿਊਸ ਦੇ ਵਿੱਚ ਕੀ ਲਿਖਿਆ ਜੀ ਆਈ ਵਾਜ ਡੂਇੰਗ ਮਾਈ ਹੋਮਵਰਕ, ਇੱਥੇ ਐਮ ਸੀ, ਇੱਥੇ ਕੀ ਆਈ ਨਾਲ ਕੀ ਲੱਗਦਾ ਵਾਜ, ਆਪਾਂ ਨੂੰ ਬਾਇਸ ਪਤਾ ਲੱਗਾ ਇਹ ਪਾਸਟ ਕੰਟੀਨਿਊਸ ਦਾ ਟੈਂਸ ਹੈ। ਕਿਉਂ ਕੰਟੀਨਿਊਸ ਦਾ ਕਿਵੇਂ ਪਤਾ ਲੱਗਾ ਜੀ, ਕਿਉਂਕਿ ਇੱਥੇ ਕੀ ਲੱਗਿਆ ਆਈ ਐਨ ਜੀ। ਮਾਈ ਹੋਮਵਰਕ ਬਾਜ ਉਵੇਂ ਲੱਗ ਗਿਆ, ਆਈ ਐਨ ਜੀ ਨੂੰ ਕੀ ਬਣਾਤਾ ਸੀ ਬੀਂਗ, ਬੀ ਨਾਲ ਕੀ ਲੱਗਾ ਜੀ ਆਈ ਐਨ ਜੀ, ਡਨ ਦਾ ਡਨ ਰਹੇਗਾ ਉਹੀ। ਉਸ ਤੋਂ ਪ੍ਰੈਜ਼ੈਂਟ ਪਰਫੈਕਟ, ਪ੍ਰੈਜ਼ੈਂਟ ਪਰਫੈਕਟ ਤੋਂ ਕੀ ਪਤਾ ਲੱਗਦਾ ਜੀ ਪ੍ਰੈਜ਼ੈਂਟ ਪਰਫੈਕਟ ਹੈ ਜਿਹਦੇ ਵਿੱਚ ਹੈਜ ਹੈਵ ਨਾਲ ਕੀ ਲੱਗੂਗਾ ਜੀ ਵਰਬ ਦੀ ਥਰਡ ਫਾਰਮ ਲੱਗੀ ਹੋਵੇ, ਉੱਥੋਂ ਪਤਾ ਲੱਗ ਜਾਂਦਾ ਆਪਾਂ ਨੂੰ ਇਹ ਪ੍ਰੈਜ਼ੈਂਟ ਪਰਫੈਕਟ ਕੀ ਹੈ ਜੀ ਟੈਂਸ, ਜਿਸ ਦੇ ਵਿੱਚ ਹੈਜ ਨਾਲ ਵਰਬ ਦੀ ਥਰਡ ਫਾਰਮ ਲੱਗੀ ਹੋਵੇ ਉਹਨੂੰ ਉੱਥੋਂ ਪਤਾ ਲੱਗ ਜਾਂਦਾ ਆਪਾਂ ਨੂੰ ਜੀ ਕਿ ਇਹ ਪ੍ਰੈਜ਼ੈਂਟ ਪਰਫੈਕਟ ਹੈ। ਜੇ ਪਾਸਟ ਪਰਫੈਕਟ ਵਿੱਚ ਦੇਖਣਾ ਹੋਵੇ ਤਾਂ ਕੀ ਲੱਗੂਗਾ ਹੈਡ ਨਾਲ ਕਿ ਵਰਬ ਦੀ ਥਰਡ ਫਾਰਮ ਲੱਗੀ ਹੋਊਗੀ। ਤਾਂ ਦੇਖੋ ਪ੍ਰੈਜ਼ੈਂਟ ਪਰਫੈਕਟ ਵਿੱਚ ਹੀ ਆਈ ਹੈਵ ਡਨ, ਆਪਾਂ ਨੂੰ ਲੱਗ ਗਿਆ ਪਤਾ ਜੀ ਵਰਬ ਦੀ ਨਾਲ ਕੀ ਲੱਗਿਆ ਜੀ ਥਰਡ ਫਾਰਮ ਲੱਗੀ ਹੋਈ ਹੈ, ਕੀ ਨਾਲ ਲੱਗੀ ਹੋਈ ਜੀ ਹੈਵ ਨਾਲ ਲੱਗੀ, ਆਈ ਨਾਲ ਹਮੇਸ਼ਾ ਕੀ ਲੱਗਦਾ ਜੀ ਹੈਵ ਲੱਗਦਾ, ਹੀ ਨਾਲ ਕੀ ਲੱਗਦਾ ਹੈਜ। ਆਈ ਹੈਵ ਡਨ ਮਾਈ ਹੋਮਵਰਕ, ਮੈਂ ਆਪਦਾ ਕੰਮ ਕਰ ਚੁੱਕਿਆ ਕੰਪਲੀਟ ਜਿਹੜਾ ਵੀ ਹੈ, ਤਾਂ ਉਹੀ ਉਸ ਤਰ੍ਹਾਂ ਹੀ ਮਾਈ ਹੋਮਵਰਕ ਹੈਜ ਨਾਲ ਕੀ ਲੱਗੂ ਜੀ ਇੱਥੇ ਕਿਉਂਕਿ ਥਰਡ ਫਾਰਮ ਹੈ ਜੀ, ਠੀਕ ਹੈ ਜੀ। ਤਾਂ ਬੀ ਦੀ ਕੀ ਲੱਗੂ ਥਰਡ ਫਾਰਮ ਕੀ ਹੈ ਜੀ ਬੀ ਬਾਜ ਬੀਨ, ਤੁਹਾਨੂੰ ਦੱਸਿਆ ਜੀ ਬੀ ਦੀ ਸੈਕਿੰਡ ਫਾਰਮ ਦੀ ਆਵਾਜ਼ ਥਰਡ ਫਾਰਮ ਕੀ ਹੁੰਦੀ ਹੈ ਜੀ ਬੀ, ਤਾਂ ਹੈਜ ਨਾਲ ਕੀ ਲੱਗਿਆ ਰਹੇ ਜੀ ਬੀਨ, ਤੇ ਵਰਬ ਦੀ ਥਰਡ ਫਾਰਮ ਕੀ ਲੱਗੇ ਡਨ ਨੂੰ ਕੀ ਰਹਿ ਜਾਊਗਾ ਉਹੀ ਡਨ ਰਹਿ ਗਿਆ। ਤਾਂ ਆਪਾਂ ਦੋ ਚੀਜ਼ਾਂ ਹੀ ਚੇਂਜ ਕਰ ਰਹੇ ਹਾਂ, ਦੇਖੋ ਇੱਥੇ ਬੀ ਪਲੱਸ ਵਰਬ ਦੀ ਥਰਡ ਫਾਰਮ, ਬੀ ਪਲੱਸ ਵਰਬ ਦੀ ਥਰਡ ਫਾਰਮ, ਬੀ ਪਲੱਸ ਵਰਬ ਦੀ ਥਰਡ ਫਾਰਮ। ਪਾਸਟ ਪਰਫੈਕਟ ਦੇ ਵਿੱਚ ਕੀ ਲਿਖਿਆ ਜੀ ਆਈ ਹੈਡ ਡਨ ਮਾਈ ਹੋਮਵਰਕ, ਇੱਥੇ ਵੀ ਕੀ ਲੱਗਿਆ ਜੀ ਹੈਡ ਦਾ ਨਾਲ ਪਤਾ ਲੱਗ ਗਿਆ ਆਪਾਂ ਨੂੰ ਜੀ ਵਰਬ ਦੀ ਥਰਡ ਫਾਰਮ ਲਾਉਣੀ ਹੈ, ਪਾਸਟ ਪਰਫੈਕਟ ਹੈ ਇਹ। ਫਿਊਚਰ ਦੇ ਵਿੱਚ ਕੀ ਹੁੰਦਾ ਜੀ ਆਈ ਵਿਲ ਡੂ ਮਾਈ ਹੋਮਵਰਕ, ਬਿਲ ਨਾਲ ਕੀ ਲੱਗੋ ਹਮੇਸ਼ਾ ਹੀ ਫਸਟ ਫਾਰਮ ਲੱਗੀ ਹੋਊਗੀ, ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਇਹ ਕੀ ਹੈ ਜੀ ਸਿੰਪਲ ਫਿਊਚਰ ਟੈਂਸ ਹੈਗਾ, ਤਾਂ ਕੀ ਲੱਗਾ ਜੀ ਮਾਈ ਹੋਮਵਰਕ ਬਿਲ ਬੀ, ਕਿਉਂਕਿ ਫਸਟ ਫਾਰਮ ਕੀ ਹੈ ਬੀ ਦੀ, ਬੀ ਰਹਿ ਜਾਂਦੀ ਹੈ ਬਿਲ ਬੀ, ਥਰਡ ਫਾਰਮ ਕੀ ਹੈ ਡੂ ਦੀ ਡਨ, ਠੀਕ ਹੈ ਬਿਲ ਬੀ ਡਨ। ਫਿਊਚਰ ਕੰਟੀਨਿਊਸ ਦੇ ਵਿੱਚ ਕੀ ਹੈ ਜੀ ਦੇਖੋ ਆਈ ਐਮ ਗੋਇੰਗ ਟੂ ਡੂ ਮਾਈ ਹੋਮਵਰਕ, ਕੀ ਲੱਗਾ ਜੀ ਆਈ ਐਮ ਗੋਇੰਗ ਟੂ ਡੂ ਮਾਈ ਹੋਮਵਰਕ, ਮਾਈ ਹੋਮਵਰਕ ਇੱਥੇ ਕੀ ਹੈ ਜੀ ਐਮ, ਇੱਥੇ ਕੀ ਲੱਗਾ ਜੀ ਉਸਦੇ ਇਜ, ਠੀਕ ਹੈ ਐਮ ਨਾਲ ਕੀ ਲੱਗ ਗਿਆ ਜੀ ਇਜ਼ ਗੋਇੰਗ ਟੂ ਤੋਂ ਬਾਅਦ ਕੀ ਲੱਗੂ ਆਪਣਾ ਜੀ ਬੀ, ਕਿਉਂਕਿ ਬੀ ਲੱਗਿਆ ਨਾ ਆਪਣਾ ਸਾਰਾ ਜੀ, ਵੀ ਡੂ ਦਾ ਮਤਲਬ ਕਿ ਥਰਡ ਫਾਰਮ ਕੀ ਡੂ ਦੀ ਡਨ, ਠੀਕ ਹੈ ਜੀ। ਉਸ ਤੋਂ ਅੱਗੇ ਮੋਡਲ, ਮੋਡਲ ਆਪਣੇ ਕਈ ਤਰ੍ਹਾਂ ਦੇ ਨੇ ਮਸਟ ਕੁਡ ਕੈਨ ਮੇ ਮਾਈਟ ਆਊਟ ਟੂ, ਠੀਕ ਹੈ ਡੇਅਰ ਟੂ ਹੈਵ ਟੂ ਹੈਜ਼ ਟੂ, ਸਾਰੇ ਕੀ ਆਪਣੇ ਮੋਡਲਸ ਹੁੰਦੇ ਨੇ ਜਿਹੜੇ ਕੀ ਹੈ ਕੁਝ ਐਕਸਪ੍ਰੈਸ ਕਰਦੇ ਨੇ, ਕੋਈ ਅਬਿਲਿਟੀ ਚੈੱਕ ਕਰਦੇ ਨੇ, ਕੋਈ ਪਰਮਿਸ਼ਨ ਵਾਸਤੇ, ਠੀਕ ਹੈ ਜੀ ਕਿਸੇ ਨਾ ਕਿਸੇ ਚੀਜ਼ ਨੂੰ ਐਕਸਪ੍ਰੈਸ ਕਰਦੇ ਨੇ ਆਪਣੇ। ਤਾਂ ਪਹਿਲਾਂ ਹੀ ਆਈ ਮਸਟ ਡੂ ਮਾਈ ਹੋਮਵਰਕ, ਮੈਂ ਜ਼ਰੂਰ ਠੀਕ ਹੈ ਆਪਣਾ ਜਿਹੜਾ ਹੋਮਵਰਕ ਕਰਾਂਗਾ, ਮਾਈ ਹੋਮਵਰਕ ਮਸਟ ਬੀ, ਇਹਦੇ ਨਾਲ ਕੀ ਲੱਗੂ ਹਮੇਸ਼ਾ ਜਿਹੜਾ ਮੋਡਲ ਹੋਊ ਉਹਦੇ ਨਾਲ ਕੀ ਲੱਗੂ ਹਮੇਸ਼ਾ ਹੀ ਬੀ ਲੱਗੀ ਹੋਊਗੀ, ਸਿੱਧਾ ਬੀ ਲਾਉਣਾ ਤੁਸੀਂ ਹੋਰ ਕੁਝ ਨਹੀਂ ਕਰਨਾ, ਠੀਕ ਹੈ। ਜੇ ਥਰਡ ਫਾਰਮ ਲੱਗੀ ਹੈਵ ਲੱਗੀ ਤਾਂ ਬੀ ਲੱਗ ਜੂ, ਕਿਉਂਕਿ ਇੱਥੇ ਫਸਟ ਫਾਰਮ ਹੈ ਇਸ ਕਰਕੇ ਕੀ ਲੱਗੂ ਜੀ ਬੀ ਲੱਗੂਗਾ, ਬੀ ਡਨ ਮਾਈ ਹੋਮਵਰਕ ਮਸਟ ਬੀ ਡਨ। ਜੇ ਸ਼ੁੱਡ ਲੱਗੇ ਤਾਂ ਸ਼ੁੱਡ ਬੀ ਡਨ, ਠੀਕ ਹੈ ਜੀ। ਇੱਥੇ ਸ਼ੁੱਡ ਹੈਵ ਲੱਗਿਆ, ਦੇਖੋ ਹੈਵ ਤੋਂ ਪਤਾ ਲੱਗ ਗਿਆ ਆਪਾਂ ਨੂੰ ਜੀ ਥਰਡ ਫਾਰਮ ਹੈ, ਮੋਡਲ ਕੀ ਹੈ ਪਰਫੈਕਟ ਦੇ ਵਿੱਚ ਹੈ, ਸ਼ੁੱਡ ਹੈਵ ਡਨ, ਹੈਵ ਨਾਲ ਕੀ ਲੱਗਿਆ ਥਰਡ ਫਾਰਮ ਲੱਗੀ ਹੈ, ਇਸ ਕਰਕੇ ਆਪਾਂ ਨੂੰ ਪਤਾ ਲੱਗ ਗਿਆ ਜੀ ਇਹ ਕੀ ਹੈ ਮੋਡਲ ਕੀ ਹੈ ਪਰਫੈਕਟ ਹੈ, ਜਿਵੇਂ ਪ੍ਰੈਜ਼ੈਂਟ ਪਰਫੈਕਟ ਸੀ ਇਸ ਤਰ੍ਹਾਂ ਕਿ ਮੋਡਲ ਵੀ ਪਰਫੈਕਟ ਹੈ। ਤਾਂ ਮਾਈ ਹੋਮਵਰਕ ਸ਼ੁੱਡ ਹੈਵ ਬੀਨ, ਕਿਉਂਕਿ ਆਪਾਂ ਇੱਥੇ ਬੀਨ ਲਾਇਆ ਸੀ ਇੱਥੇ ਵੀ ਕੀ ਲਾਵਾਂਗੇ ਫਿਰ ਬੀਨ, ਡਨ ਦਾ ਡਨ ਰਹਿ ਜੂਗਾ, ਠੀਕ ਹੈ ਜੀ। ਇਸ ਤਰ੍ਹਾਂ ਜਿਹੜਾ ਫਾਰਮੂਲਾ ਸੀ ਜਿਹੜੀ ਟ੍ਰਿਕ ਸੀ ਬੀ ਨਾਲ ਕੀ ਲਾਉਣੇ ਆਪਾਂ ਹਮੇਸ਼ਾ ਵਰਬ ਦੀ ਥਰਡ ਫਾਰਮ ਹੈ,
ਤਾਂ ਜਿਹੜੀ ਜਗ੍ਹਾ ਤੇ ਵਰਬ ਦੀ ਥਰਡ ਫਾਰਮ ਲੱਗੀ ਹੋਊਗੀ ਉਹ ਕੀ ਇੱਕ ਪੈਸਿਵ ਵੌਇਸ ਹੈ। ਜਿੱਥੇ ਸਿੰਪਲ ਆਮ ਬੋਲ ਰਹੇ ਆਪਾਂ ਗੱਲ ਕਰ ਰਹੇ ਹਾਂਗੇ, ਠੀਕ ਹੈ, ਉਹ ਕੀ ਨੇ ਆਪਣੇ ਐਕਟਿਵ। ਠੀਕ ਹੈ, ਹੁਣ ਆਪਾਂ ਕੁਝ ਇੰਪੈਰੇਟਿਵ ਹੁੰਦੇ ਨੇ, ਜਿਵੇਂ ਕਿਸੇ ਨੂੰ ਆਪਾਂ ਐਡਵਾਈਸ ਦੇਣੀ ਹੁੰਦੀ ਹੈਗੀ, ਠੀਕ ਹੈ, ਕਿਸੇ ਨੂੰ ਆਪਾਂ ਨੇ ਆਰਡਰ ਦੇਣਾ ਹੁੰਦਾ ਗਾ, ਠੀਕ ਹੈ, ਕਿਸੇ ਨੂੰ ਆਪਾਂ ਨੇ ਰਿਕੁਐਸਟ ਕਰਨੀ ਹੁੰਦੀ ਹੈਗੀ, ਠੀਕ ਹੈ, ਤਾਂ ਉਹਨਾਂ ਨੂੰ ਬੋਲਦਾ ਇੰਪੈਰੇਟਿਵ ਸੈਂਟੈਂਸ। ਠੀਕ ਹੈ ਜੀ, ਜਿਵੇਂ ਆਪਾਂ ਨੇ ਕਿਸੇ ਨੂੰ ਕਿਹਾ ਜੀ, ਇੰਪੈਰੇਟਿਵ ਸੈਂਟੈਂਸ ਦੇ ਵਿੱਚ ਕੀ ਲਾਉਂਦੇ ਆਪਾਂ ਜੀ, ਜਾਂ ਤਾਂ ਆਪਾਂ ਲਾਉਂਦੇ ਯੂ ਆਰ ਰਿਕੁਐਸਟਡ, ਕਿ ਤੁਹਾਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ, ਜਾਂ ਕਹਿੰਦੇ ਤੂੰ ਆਰਡਰ ਦਿੱਤਾ, ਯੂ ਆਰ ਆਰਡਰ, ਠੀਕ ਹੈ, ਜਾਂ ਆਪਾਂ ਇੱਕ ਪਲੀਜ਼ ਵੀ ਲਾਉਂਦੇ ਹਾਂ, ਪਲੀਜ਼ ਬੀ ਸਿਟ, ਠੀਕ ਹੈ ਜੀ, ਜਾਂ ਆਪਾਂ ਐਡਵਾਈਸ ਦੇਣੇ ਕਿ ਯੂ ਮਸਟ ਹਾਰਡ ਵਰਕ, ਕਿ ਤੁਹਾਨੂੰ ਜਿਹੜਾ ਸਖਤ ਮਿਹਨਤ ਕਰਨੀ ਚਾਹੀਦੀ ਹੈ, ਜ਼ਰੂਰੀ ਹੈ ਤੁਹਾਡੇ ਵਾਸਤੇ, ਜੇ ਕੋਈ ਨਲਾਇਕ ਬੱਚਾ ਆਪਾਂ ਨੂੰ ਕਰਨੀ ਚਾਹੀਦੀ ਹੈ, ਠੀਕ ਹੈ। ਤਾਂ ਉਹਨਾਂ ਦੇ ਵਿੱਚ ਆਪਾਂ ਲੈਟ ਵੀ ਲਗਾ ਸਕਦੇ ਹਾਂ, ਕਿਉਂਕਿ ਲੈਟ ਮੂਹਰੇ ਆਪਾਂ ਨੂੰ ਲਗਾ ਕੇ ਵੀ ਆਪਾਂ ਹਰ ਇੱਕ ਜਗ੍ਹਾ ਤੇ ਲੈਟ, ਫਸਟ ਤੇ ਲੈਟ ਲਗਾ ਕੇ ਉਹਨੂੰ ਕੀ ਬਣਾ ਸਕਦੇ ਹਾਂ, ਪੈਸਿਵ ਬਣਵਾ ਸਕਦੇ ਹਾਂ। ਜਿਵੇਂ ਲਿਖਿਆ ਜੀ ਓਪਨ ਦਾ ਡੋਰ, ਠੀਕ ਹੈ ਜੀ, ਤਾਂ ਇੱਥੇ ਆਪਾਂ ਨੇ ਲੈਟ ਲਾਤਾ, ਲੈਟ ਲਾਉਣਾ ਹੀ ਲਾਉਣਾ, ਜਿਵੇਂ ਫਸਟ ਤੇ ਕੀ ਲੱਗੂਗਾ ਲੈਟ, ਦਾ ਡੋਰ ਕੀ ਇੱਥੇ ਆਬਜੈਕਟ ਹੈ, ਕੀ ਹੈ ਜੀ, ਦਾ ਡੋਰ ਕੀ ਹੈ ਆਬਜੈਕਟ, ਉਸ ਤੋਂ ਬੀ ਤੁਹਾਨੂੰ ਦੱਸਿਆ ਹੀ ਹੈ, ਨਾਲ ਕੀ ਹੈ ਵਰਬ ਦੀ ਥਰਡ ਫਾਰਮ। ਓਕੇ, ਇੱਥੇ ਕੀ ਯੂ ਆਰ ਆਰਡਰ ਵੀ ਲਿਖ ਸਕਦੇ ਹੋ, ਤਾਂ ਕੀ ਲਿਖਿਆ ਹੋਊਗਾ ਜੀ, ਯੂ ਆਰ ਆਰਡਰ ਟੂ ਓਪਨ ਦਾ ਡੋਰ, ਤਾਂ ਉੱਥੇ ਕੀ ਆਪਾਂ ਨੇ ਟੂ ਨਾਲ ਲਾ ਕੇ ਸਾਰੀ ਸੈਂਟੈਂਸ ਕੇ ਐਕਟਿਵ ਦਾ ਉਹੀ ਲਿਖਣਾ ਹੁੰਦਾ ਹੈ। ਯੂ ਆਰ ਆਰਡਰ ਟੂ ਓਪਨ ਦਾ ਡੋਰ, ਕਿ ਮੈਂ ਤੈਨੂੰ ਹੁਕਮ ਦਿੱਤਾ ਓਪਨ ਦਾ ਡੋਰ ਕਰਨ ਲਈ, ਠੀਕ ਹੈ ਜੀ, ਦਰਵਾਜ਼ਾ ਖੋਲ੍ਹਣ ਦੇ ਲਈ, ਜੇ ਆਪਾਂ ਲੈਟ ਨਹੀਂ ਯੂਜ਼ ਕਰ ਰਹੇ, ਠੀਕ ਹੈ। ਇੱਥੇ ਲਿਖਿਆ ਜੀ ਕੰਪਲੀਟ ਦਾ ਵਰਕ, ਲੈਟ ਲਾਉਣਾ ਹੈ, ਦਾ ਵਰਕ ਕੀ ਆਬਜੈਕਟ ਹੈ, ਬੀ ਉਵੇਂ ਲਾਉਣੀ ਹੈ, ਨਾਲ ਕੀ ਲੱਗ ਜੀ ਥਰਡ ਫਾਰਮ। ਟਰਨ ਆਫ ਦਾ ਟੈਲੀਵਿਜ਼ਨ, ਇੱਥੇ ਵੀ ਆਪਾਂ ਨੇ ਕਹਿਤਾ ਉਹਨੂੰ ਆਰਡਰ ਦਿੱਤਾ ਹੈਗਾ, ਇੱਥੇ ਵੀ कैसे ਯੂ ਆਰ ਆਰਡਰ ਟੂ ਟਰਨ ਆਫ ਦਾ ਟੈਲੀਵਿਜ਼ਨ, ਤਾਂ ਉੱਥੇ ਆਪਾਂ ਕਿੱਲਾ ਮੂਰੇ ਟੂ ਲਾਵਾਂਗੇ, ਇੱਥੇ ਯੂ ਆਰ ਆਰਡਰ ਟੂ ਟਰਨ ਆਫ ਦਾ ਟੈਲੀਵਿਜ਼ਨ। ਲਰਨ ਯੂਅਰ ਲੈਸਨ, ਜੇ ਇੱਥੇ ਕਿ ਲੈਟ ਯੂਅਰ ਲੈਸਨ ਬੀ ਲਰਨਡ, ਕਿਉਂਕਿ ਲਰਨ ਦੀ ਕੀ ਹੁੰਦੀ ਥਰਡ ਫਾਰਮ ਲਰਨ। ਕਿਲ ਦਾ ਸਨੇਕ, ਠੀਕ ਹੈ, ਠੀਕ ਹੈ, ਇੱਥੇ ਕੀ ਲੱਗ ਗਿਆ ਲੈਟ ਦਾ ਸਨੇਕ ਬੀ ਕਿਲਡ। ਪਨਿਸ਼ ਹਿਮ, ਲੈਟ ਹਿਮ ਅੱਗੇ ਆ ਗਈ ਬੀ ਪਨਿਸ਼ਡ। ਸਪੀਕ ਦਾ ਟਰੁੱਥ, ਆਪਾਂ ਐਡਵਾਈਸ ਦੇਤੇ ਇੱਥੇ, ਯੂ ਆਰ ਐਡਵਾਈਜ਼ ਟੂ ਸਪੀਕ ਦਾ ਟਰੁੱਥ, ਠੀਕ ਹੈ, ਜੇ ਆਪਾਂ ਲੈਟ ਨਹੀਂ ਲਾ ਰਹੇ ਇੱਥੇ, ਤਾਂ ਆਪਾਂ ਐਡਵਾਈਸ ਦਿੱਤੀ, ਉਹਨੂੰ ਸਲਾਹ ਦਿੱਤੀ ਹੈ, ਕੀ ਹੈ ਜਾਂ ਸੁਜੈਸ਼ਨ ਦਿੱਤਾ ਗਾ, ਯੂ ਆਰ ਸੁਜੈਸਟਡ ਟੂ ਸਪੀਕ ਦਾ ਟਰੁੱਥ, ਠੀਕ ਹੈ, ਸੁਝਾਅ ਵੀ ਦੇ ਸਕਦੇ ਆਪਾਂ, ਉਹਨੂੰ ਸਲਾਹ ਵੀ ਦੇ ਸਕਦੇ ਹਾਂ। ਯੂ ਆਰ ਰਿਕੁਐਸਟਡ ਨਹੀਂ ਆਪਾਂ ਯੂਜ਼ ਕਰ ਸਕਦੇ ਆਪਾਂ, ਯੂ ਆਰ ਐਡਵਾਈਜ਼ਡ ਟੂ ਸਪੀਕ ਦਾ ਟਰੁੱਥ, ਨਹੀਂ ਫਿਰ ਲੈਟ ਦਾ ਲਾਓ, ਲੈਟ ਦਾ ਟਰੁੱਥ ਬੀ ਸਪੋਕਨ, ਜਿਹੜਾ ਤੁਹਾਨੂੰ ਈਜੀ ਲੱਗਦਾ ਹੈਗਾ, ਠੀਕ ਹੈ, ਉਹ ਤੁਸੀਂ ਯੂਜ਼ ਕਰ ਸਕਦੇ ਹੋ। ਜਿਵੇਂ ਇੱਥੇ ਅਗਲਾ ਜੀ ਹੈਲਪ ਦਾ ਪੂਅਰ, ਆਪਾਂ ਨੇ ਐਡਵਾਈਸ ਦੇਤੀ ਇਹਨਾਂ ਨੇ ਜੀ, ਯੂ ਆਰ ਐਡਵਾਈਜ਼ਡ ਟੂ ਹੈਲਪ ਦਾ ਪੂਅਰ, ਇੱਥੇ ਬਸ ਟੂ ਲੱਗ ਜਾਊ, ਠੀਕ ਹੈ, ਆਪਾਂ ਐਡਵਾਈਸ ਦੇ ਰਹੇ ਹਾਂਗੇ, ਆਪਾਂ ਨੂੰ ਸੈਂਟੈਂਸ ਦੇਖ ਕੇ ਪਤਾ ਲੱਗੂਗਾ ਕਿ ਐਡਵਾਈਸ ਦੇ ਰਹੇਗਾ, ਕਿਸ ਕੰਮ ਦੇ ਲਈ ਦੇ ਰਿਹਾਗਾ, ਕੋਈ ਆਰਡਰ ਕਰ ਰਿਹਾ ਕਿਸੇ ਕੰਮ ਦੇ ਲਈ, ਠੀਕ ਹੈ। ਉਸ ਤੋਂ ਬਾਅਦ ਰਿਵਾਈਜ਼ ਯੂਅਰ ਬੁੱਕ, ਲੈਟ ਯੂਅਰ ਬੁੱਕ ਬੀ ਰਿਵਾਈਜ਼ਡ। ਕਲੀਨ ਯੂਰ ਰੂਮ, ਠੀਕ ਹੈ, ਇੱਥੇ ਕੀ ਆਪਾਂ ਰਿਕੁਐਸਟ ਬੇਨਤੀ ਵੀ ਕਰ ਸਕਦੇ ਹਾਂਗੇ, ਠੀਕ ਹੈ, ਜਾਂ ਆਪਾਂ ਇਹਨੂੰ ਕਿ ਇੱਕ ਐਡਵਾਈਸ ਵੀ ਕਹਿ ਸਕਦੇ ਕਿ ਯਾਰ ਤੈਨੂੰ ਆਪਣਾ ਰੂਮ ਕੀ ਕਲੀਨ ਕਰਨਾ ਚਾਹੀਦਾ ਹੈਗਾ, ਜਾਂ ਆਪਾਂ ਸ਼ੂਡਰ ਨਾਲ ਵੀ ਯੂਜ਼ ਕਰ ਸਕਦੇ ਹਾਂ। ਇੱਥੇ ਕੀ ਲਿਖਿਆ ਜੀ ਲੈਟਰ ਲਓ ਯੂਅਰ ਰੂਮ ਬੀ ਕਲੀਨਡ, ਠੀਕ ਹੈ, ਲੈਟ ਦਾ ਮਤਲਬ ਹੁੰਦਾ ਆਓ, ਆਪਾਂ ਕਹਿੰਦੇ ਲੈਟਸ ਗੋ ਫॉर ਪਾਰਟੀ, ਠੀਕ ਹੈ, ਤਾਂ ਉੱਥੇ ਲੈਟ ਅਸ, ਠੀਕ ਹੈ, ਆਪਾਂ ਸਿੰਪਲ ਲਿਖ ਦਿੰਦੇ ਲੈਟਸ ਸਿੱਧਾ, ਤਾਂ ਮਤਲਬ ਕੀ ਹੁੰਦਾ ਜੀ ਲੈਟ ਅਸ, ਅਲੱਗ ਅਲੱਗ ਕਰੀਏ ਜੀ ਲੈਟ ਅਸ, ਠੀਕ ਹੈ ਜੀ। ਤਾਂ ਇਹ ਸੀ ਇੰਪੈਰੇਟਿਵ ਸੈਂਟੈਂਸ, ਤੇ ਇਹ ਸੀ ਆਪਣੇ ਜੀ ਇੱਕ ਜਿਹੜੇ ਕਾਲ ਨੇ, ਭਵਿੱਖ ਕਾਲ, ਭੂਤ ਕਾਲ, ਵਰਤਮਾਨ ਕਾਲ, ਠੀਕ ਹੈ, ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਪੈਸਿਵ ਦੇ ਵਿੱਚ ਚੇਂਜ ਕਰਨਾ ਹੈ। ਬਟ ਕੰਮ ਕੀ ਹੈ ਉੱਥੇ ਕੀਤਾ ਇੱਕ ਬੰਦੇ ਦੁਆਰਾ ਹੀ ਗਿਆ, ਬਟ ਉਹਨੂੰ ਬੋਲਣ ਦਾ ਕੀ ਹੈ ਤਰੀਕਾ ਅਲੱਗ ਅਲੱਗ ਹੈ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਕਿ ਆਈ ਡੂ ਮਾਈ ਹੋਮਵਰਕ, ਮੈਂ ਆਪਣਾ ਕੰਮ ਕੀਤਾ, ਜਿਹੜਾ ਹੋਮਵਰਕ ਹੈ ਉਹ ਕੀ ਹੈ ਜੀ ਹੋਮਵਰਕ ਮੇਰੇ ਦੁਆਰਾ ਕੀਤਾ ਗਿਆ। ਇਸ ਤਰ੍ਹਾਂ ਆਪਾਂ ਇਹਨੂੰ ਕੀ ਬੋਲਣ ਦੇ ਵਿੱਚ ਕੀ ਚੇਂਜਸ ਕਰਦੇ ਹਾਂ, ਇਸ ਕਰਕੇ ਕਿ ਇੱਕ ਐਕਟਿਵ ਇੱਕ ਪੈਸਿਵ ਨਾਲ ਬੋਲਣਾ, ਠੀਕ ਹੈ। ਐਕਟਿਵ ਕੀ ਇੱਕ ਜਿਹੜਾ ਚੁਸਤ, ਪੈਸਿਵ ਕਿ ਆਪਾਂ ਥੋੜ੍ਹਾ ਜਿਹਾ
ਜਿਹੜਾ ਆਪਣੇ ਤੇ ਘੱਟ ਜ਼ੋਰ ਦੇ ਕੇ ਆਪਾਂ ਆਬਜੈਕਟ ਤੇ ਵੱਧ ਜ਼ੋਰ ਦਿੰਦੇ ਹਾਂ। ਜਿਵੇਂ ਸਾਈਕਲ, ਸਾਈਕਲ ਕਿਹਦੇ ਦੁਆਰਾ ਚਲਾਇਆ ਜਾਂਦਾ ਹੈ? ਸਾਈਕਲ ਮੇਰੇ ਦੁਆਰਾ ਚਲਾਇਆ ਜਾਂਦਾ ਹੈ। ਤਾਂ ਆਪਾਂ ਤਾਂ ਸਾਈਕਲ ਨੂੰ ਇਹ ਜ਼ੋਰ ਦੇ ਰਹੇ ਹਾਂ ਪਹਿਲਾਂ, ਠੀਕ ਹੈ ਜੀ। ਜਦੋਂ ਮੈਂ ਕਹਿੰਦਾ ਮੈਂ ਸਾਈਕਲ ਚਲਾਉਣਾ ਤਾਂ ਆਪਾਂ ਕਹਿੰਦੇ ਮੈਂ ਹੀ ਚਲਾਉਣਾ ਸਾਈਕਲ, ਤਾਂ ਉਹ ਕੀ ਐਕਟਿਵ, ਠੀਕ ਹੈ। ਤਾਂ ਇੱਥੇ ਆਪਾਂ ਜਿਹੜਾ ਆਪਣੀ ਐਕਸਰਸਾਈਜ਼ ਇੱਥੇ ਲਿਖਿਆ ਹੈ ਦੇਖੋ, ਤਾਂ ਹੁਣ ਤੁਸੀਂ ਮੈਨੂੰ ਦੱਸਿਓ, ਆਪਾਂ ਅਸੈਸਮੈਂਟ ਕਰਾਂਗੇ ਇੱਕ। ਇਸ ਦੇ ਵਿੱਚ ਦੱਸਣਾ ਹੈਗਾ, ਠੀਕ ਹੈ, ਮੈਨੂੰ ਦੱਸਣਾ ਹੈ ਰਵੀ ਹੈਡ ਟੂ ਰਿਵਾਈਜ਼ ਦਾ ਡਾਕੂਮੈਂਟ। ਤਾਂ ਏ ਤੇ ਬੀ ਦੇ ਵਿੱਚੋਂ ਕਿਹੜਾ ਆਊਗਾ? ਤੁਹਾਨੂੰ ਮੈਂ ਇੱਕ ਚੀਜ਼ ਦੱਸੀ ਹੈ, ਕੀ ਆਊਗਾ ਜੀ? ਏ ਤੇ ਬੀ ਦੇ ਵਿੱਚੋਂ ਕਿਹੜੀ ਆਪਸ਼ਨ ਆਊਗੀ ਤੁਹਾਡੀ? ਰਵੀ ਹੈਡ ਟੂ ਰਿਵਾਈਜ਼ ਦਾ ਡਾਕੂਮੈਂਟ। ਰਵੀ ਹੈਡ ਟੂ ਰਿਵਾਈਜ਼ ਦਾ ਡਾਕੂਮੈਂਟ, ਠੀਕ ਹੈ ਜੀ। ਤੇ ਇਹ ਆਪਸ਼ਨ ਆਊਗੀ ਬੀ, ਕਿਉਂ ਜੀ? ਦਾ ਡਾਕੂਮੈਂਟ ਆਬਜੈਕਟ ਹੈ ਹੈਡ ਟੂ ਬੀ, ਠੀਕ ਹੈ। ਹੈਡ ਟੂ ਉਵੇਂ ਲੱਗ ਗਿਆ, ਟੂ ਬੀ ਰਿਵਾਈਜ਼ਡ, ਟੂ ਨਾਲ ਹਮੇਸ਼ਾ ਕੀ ਲੱਗੂਗੀ? ਫਸਟ ਫਾਰਮ ਲੱਗਦੀ ਹੁੰਦੀ ਹੈਗੀ, ਠੀਕ ਹੈ। ਜਦੋਂ ਆਪਾਂ ਪੈਸਿਵ ਵਿੱਚ ਚੇਂਜ ਕਰਦੇ ਤਾਂ ਕੀ ਲੱਗ ਜਾਂਦਾ ਜੀ? ਰਿਵਾਈਜ਼ਡ। ਰਿਵਾਈਜ਼ਡ ਕੀ ਹੋ ਗਿਆ ਇੱਥੇ ਜੀ? ਥਰਡ ਫਾਰਮ ਹੋ ਗਈ। ਬੀ ਕੀ ਉਵੇਂ ਲੱਗਿਆ ਰਹਿ ਗਿਆ, ਬਾਈ ਕੀ? ਰਵੀ। ਰਾਮ ਸ਼ੁੱਡ ਲਰਨ ਹਾਊ ਟੂ ਐਡਜਸਟ ਟੂ ਚੇਂਜਿਸ, ਤਾਂ ਇੱਥੇ ਕੀ ਲੱਗੂ ਜੀ? ਤਾਂ ਕੀ ਆਊ ਉਰੇ ਜੀ? ਤਾਂ ਇੱਥੇ ਵੀ ਆਊ ਬੀ, ਹਾਊ ਟੂ ਐਡਜਸਟ ਟੂ ਚੇਂਜ ਮਸਟ ਬੀ, ਠੀਕ ਹੈ। ਸ਼ੁੱਡ ਨੂੰ ਆਪਾਂ ਮਸਟ ਵੀ ਚੇਂਜ ਕਰ ਸਕਦੇ ਹਾਂ, ਮਸਟ ਬੀ ਲਰਨਡ ਬਾਈ ਰਾਮ। ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗ ਗਿਆ ਜੀ ਇਹ ਕੀ ਹੈ ਜੀ? ਪ੍ਰੈਜ਼ੈਂਟ ਪਰਫੈਕਟ ਹੈ, ਕਿਉਂਕਿ ਹੈਜ ਨਾਲ ਕੀ ਲੱਗ ਗਈ? ਥਰਡ ਫਾਰਮ ਲੱਗੀ ਹੋਈ ਹੈ। ਤਾਂ ਆਪਾਂ ਬੀਨ ਲਾਵਾਂਗੇ, ਠੀਕ ਹੈ ਜੀ। ਬੀਨ ਕਿਹਦੇ ਵਿੱਚ ਲੱਗਿਆ ਹੋਇਆ ਜੀ? ਪਹਿਲੇ ਵਿੱਚ ਹੀ ਲੱਗਿਆ ਹੋਇਆ ਬੀਨ, ਆਪਾਂ ਦੇਖਣ ਸਾਰੀ ਦੱਸ ਦਾਂਗੇ। ਦਾ ਕਰਟਨਸ ਆਫ ਬੈਡਰੂਮ, ਮੇਰੇ ਕਰਟਨ ਜਿਹੜੇ ਬੈਡਰੂਮ ਦੇ ਵਿੱਚ ਲੱਗੇ ਹੋਏ ਨੇ, ਹੈਵ ਬੀਨ ਚੇਂਜਡ ਬਾਈ ਸੀਮਾ, ਠੀਕ ਹੈ ਜੀ। ਜਿਹੜਾ ਆਹ ਚੀਜ਼ ਆਪਾਂ ਚੇਂਜ ਕਰਾਂਗੇ ਮੂਰਲੇ ਜਿਹੜੇ ਆਬਜੈਕਟ ਨੂੰ ਦੇਖ ਕੇ, ਠੀਕ ਹੈ ਜੀ। ਪਹਿਲਾਂ ਸਬਜੈਕਟ ਨਾਲ ਲੱਗਿਆ ਹੈ ਦੇਖ ਕੇ, ਜਿਵੇਂ ਸੀਮਾ ਹੈਜ, ਤਾਂ ਇੱਥੇ ਕੀ ਕਰਟਨਸ ਉੱਤੇ ਬਹੁਤ ਸਾਰੇ ਹੋ ਗਏ, ਇਸ ਕਰਕੇ ਇੱਥੇ ਕੀ ਲਾਤਾ ਜੀ? ਹੈਵ। ਤਾਂ ਜਿਹੜਾ ਆਬਜੈਕਟ ਨਾਲ ਹੈਲਪਿੰਗ ਵਰਬ ਹੈ ਆਪਣਾ, ਉਹ ਦੇਖ ਕੇ ਹੀ ਯੂਜ਼ ਕਰਾਂਗੇ। ਉਸ ਤੋਂ ਬਾਅਦ ਆ ਗਿਆ ਜੀ ਕੈਨ 9 ਅਪਡੇਟ ਦਿਸ ਫਾਈਲ। ਕੈਨ ਦਾ ਕੈਨ ਲਿਖਿਆ ਰਹਿ ਗਿਆ ਜੀ, ਦਿਸ ਫਾਈਲ ਬੀ ਅਪਡੇਟਡ ਬਾਏ 9, ਠੀਕ ਹੈ ਜੀ। ਬੀ ਆਪਸ਼ਨ ਆ ਗਈ। ਪੰਜਵੀਂ ਵਿੱਚ ਯੂਥ ਸ਼ੁੱਡ ਚੇਂਜ ਥਿੰਗਸ ਫॉर ਬੈਟਰ। ਥਿੰਗਸ ਸ਼ੁੱਡ ਵੀ ਚੇਂਜ, ਸ਼ੁੱਡ ਨਾਲ ਤੁਹਾਨੂੰ ਦੱਸਿਆ ਜੀ ਮੋਡਲ ਹੈ, ਸ਼ੁੱਡ ਮਸਟ, ਠੀਕ ਹੈ। ਵੁੱਡ, ਵਿਲ, ਕੈਨ, ਕੁੱਡ, ਮੇ, ਮਾਈਟ, ਸਾਰੇ ਕੀ ਨੇ? ਮੋਡਲਸ ਨੇ। ਸ਼ੁੱਡ ਵੀ ਚੇਂਜ ਫॉर ਦਾ ਬੈਟਰ ਬਾਏ ਯੂਥ। ਉਸ ਤੋਂ ਬਾਅਦ ਗਈ some changes were made to this document by him. You can change your future by learning English, ठीक है जी। ਤਾਂ ਕੀ ਆ ਜੂਗਾ ਜੀ? your English can change your future, ਠੀਕ ਹੈ ਜੀ। ਤਾਂ ਕੀ ਆ ਗਿਆ ਉਰੇ ਜੀ? ਯੂ ਕੈਨ ਚੇਂਜ, ਇੱਥੇ ਮੋਡਲ ਲੱਗ ਗਿਆ ਜੀ ਕੈਨ, ਠੀਕ ਹੈ ਜੀ। ਤਾਂ ਕੀ ਲੱਗੂਗਾ ਜੀ? ਹਮੇਸ਼ਾ ਕੈਨ ਨਾਲ ਬੀ, ਮਸਟ ਨਾਲ ਬੀ, ਕੁੱਡ ਨਾਲ ਬੀ, ਮਾਈਟ ਨਾਲ ਬੀ। ਤਾਂ ਯੂਅਰ ਫਿਊਚਰ ਕੈਨ ਬੀ ਚੇਂਜ, ਚੇਂਜ ਨੂੰ ਕੀ ਬਣਾਤਾ ਭਾਈ? ਥਰਡ ਫਾਰਮ ਬਣਾਤੀ ਚੇਂਜਡ ਬਾਈ ਲਰਨਿੰਗ ਇੰਗਲਿਸ਼। ਇਸ ਤਰ੍ਹਾਂ ਫਿਊਚਰ ਕੀ ਜਿਹੜਾ ਭਵਿੱਖ ਚੇਂਜ ਹੋ ਜਾਊਗਾ ਜੇ ਤੁਸੀਂ ਇੰਗਲਿਸ਼ ਪੜ੍ਹੋਗੇ। ਇੱਥੇ ਕੈਨ ਨਾਲ ਕੀ ਲੱਗ ਜੂਗਾ ਜੀ? ਹਿਜ਼ ਮਾਈਂਡ ਕੈਨ ਬੀ ਚੇਂਜ ਬਾਈ ਨਥਿੰਗ, ਠੀਕ ਹੈ। ਇਸ ਤਰ੍ਹਾਂ ਦੇ ਆਪਾਂ ਜਿਹੜੇ ਕੀ ਐਕਸਰਸਾਈਜ਼ ਕਰਨੀ ਹੈਗੀ, YouTube ਤੇ ਸਰਚ ਮਾਰ ਲਈ, ਚਾਹੇ ਐਕਸਰਸਾਈਜ਼, ਚਾਹੇ ਗੂਗਲ ਤੇ ਲਿਖ ਕੇ ਜੀ ਐਕਟਿਵ ਪੈਸਿਵ ਵੌਇਸ ਐਕਸਰਸਾਈਜ਼ ਭਰ ਕੇ ਤੁਸੀਂ ਉਹਨਾਂ ਨੂੰ ਪੜ੍ਹਨਾ ਹੈਗਾ, ਦੇਖਣਾ ਹੈਗਾ ਕੀ ਚੀਜ਼ ਚੇਂਜ ਹੋ ਰਹੀ ਹੈ। ਤਾਂ ਤੁਸੀਂ ਦੋ ਚੀਜ਼ਾਂ ਧਿਆਨ ਰੱਖਣੀਆਂ ਨੇ, ਇੱਕ ਤਾਂ ਟੈਂਸ ਕਿਹੜਾ ਹੈਗਾ, ਕਿ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਐਕਟਿਵ ਦੇ ਵਿੱਚ, ਤਾਂ ਉਹਨੂੰ ਬੀ ਨੂੰ ਵੀ ਉਸੇ ਤਰ੍ਹਾਂ ਹੀ ਚੇਂਜ ਕਰਨਾ ਹੈ, ਠੀਕ ਹੈ ਜੀ। ਜੇ ਐਕਟਿਵ ਦੇ ਵਿੱਚ ਪ੍ਰੈਜ਼ੈਂਟ ਦੀ ਗੱਲ ਕਰ ਰਹੀ ਹੈ ਤਾਂ ਜਿਹੜਾ ਬੀ ਹੈ ਪੈਸਿਵ ਦੇ ਵਿੱਚ ਇਜ ਐਮ ਆਰ ਨਾਲ ਹੀ ਕੀ ਹੋਊਗਾ ਜੀ? ਚੇਂਜ ਹੋਊਗਾ। ਜੇ ਕੰਟੀਨਿਊਸ ਦੇ ਵਿੱਚ ਹੈ ਪ੍ਰੈਜ਼ੈਂਟ ਤਾਂ ਕੀ ਲੱਗ ਜੂ? ਇਜ ਐਮ ਆਰ ਨਾਲ ਬੀਂਗ ਲਾ ਕੇ ਥਰਡ ਦੀ ਫਾਰਮ ਲਾਵਾਂਗੇ ਵਰਬ ਦੀ, ਜਿਹੜੀ ਮੇਨ ਵਰਬ ਹੈ, ਤੇ ਬਾਕੀ ਨਾਲ ਕੀ ਲੱਗੂ? ਬਾਏ, ਜਿਹੜਾ ਵੀ ਰਾਮ ਹੈ, ਸ਼ਾਮ ਹੈ, ਜਿਹੜਾ ਵੀ ਸਬਜੈਕਟ ਹੋਊ ਤੁਹਾਡਾ, ਠੀਕ ਹੈ।
ਤੇ ਅੱਜ ਲਈ ਜਿਹੜਾ ਸਿੰਪਲ ਸੀ ਆਪਣਾ ਇਹ ਟੌਪਿਕ ਇੱਕ ਐਕਟਿਵ ਪੈਸਿਵ ਵੌਇਸ ਜੀ। ਤੇ ਪਲੀਜ਼ ਇਹਨੂੰ ਐਕਸਰਸਾਈਜ਼ ਨੂੰ ਕਰਕੇ ਦੇਖਿਓ। ਇਨ ਫਿਊਚਰ ਤੁਹਾਨੂੰ ਬਹੁਤ ਸਾਰੀ ਲੋੜ ਪਊ, +2 ਕੀ ਤੁਹਾਨੂੰ ਜਦੋਂ ਮਰਜ਼ੀ ਠੀਕ ਹੈ ਕੰਮ ਕਰੋਗੇ, ਵਿਆਕਰਨ ਦਾ, ਗ੍ਰਾਮਰ ਦਾ, ਇੰਗਲਿਸ਼ ਗ੍ਰਾਮਰ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਕੀ ਆਉਣੀਆਂ ਜ਼ਰੂਰੀ ਨੇ। ਤਾਂ ਹੁਣੇ ਤੁਸੀਂ ਇਸ ਚੀਜ਼ ਨੂੰ ਕੀ ਐਕਸਰਸਾਈਜ਼ ਨੂੰ ਕੰਪਲੀਟ ਕਰਨਾ ਗਾ, ਠੀਕ ਹੈ। ਸੋ ਥੈਂਕ ਯੂ, ਦੈਟਸ ਆਲ, ਹੈਵ ਅ ਨਾਈਸ ਡੇ।